ਹਾਂਜੀ, ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੀਐਸ ਚੈਟ ਦੇ ਪ੍ਰੀਵੀਅਸ ਪੇਪਰ ਦੇ ਵਿੱਚੋਂ ਪੈਡਾਗੋਜੀ ਦੇ ਐਮਸੀਕਿਊਜ਼ ਡਿਸਕਸ ਕੀਤੇ ਸੀ। ਬਿਲਕੁਲ ਉਸੇ ਤਰੀਕੇ ਨਾਲ ਆਪਾਂ ਅੱਗੇ ਜਿਹੜੇ ਹੈ ਐਮਸੀਕਿਊਜ਼ ਡਿਸਕਸ ਕਰਨ ਲੱਗੇ ਹਾਂ ਜੀ। ਜਿਵੇਂ ਕਿ ਪ੍ਰਸ਼ਨ ਨੰਬਰ 10ਵਾਂ ਦੇਖ ਰਹੇ ਹੋ ਜੀ, 9 ਆਪਾਂ ਕਰ ਚੁੱਕੇ ਹਾਂ। ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਹੈ ਜੀ। ਦੇਖੋ, ਇਹ ਜਿਹੜਾ ਸ਼ਬਦ ਹੈ ਅਖਤਿਆਰ, ਇਹ ਬਹੁਤ ਹੀ ਕਨਫਿਊਜ਼ ਕਰਨ ਵਾਲਾ ਸ਼ਬਦ ਹੈ। ਹਰ ਵਾਰ ਪੇਪਰ ਦੇ ਵਿੱਚ ਇਹ ਸ਼ਬਦ ਚੇਂਜ ਕਰ ਦਿੰਦੇ ਆ ਜੀ। ਠੀਕ ਹੈ, ਅਖਤਿਆਰ ਦਾ ਮਤਲਬ ਹੁੰਦਾ ਗ੍ਰਹਿਣ ਕਰਨਾ। ਕੀ ਹੁੰਦਾ, ਕੀ ਸ਼ਬਦ ਆ ਸਕਦਾ ਆਪਣੇ ਕੋਲੇ? ਗ੍ਰਹਿਣ ਕਰਨਾ ਜਾਂ ਗ੍ਰਹਿਣਸ਼ੀਲਤਾ ਜਾਂ ਪ੍ਰਾਪਤ ਕਰਨਾ। ਇਹ ਮੌਖਿਕ ਰੂਪ ਦੇ ਵਿੱਚ ਤੁਸੀਂ ਯਾਦ ਰੱਖਿਓ, ਅਖਤਿਆਰ ਕਰਨਾ ਕੀ ਹੁੰਦਾ ਹੈ? ਗ੍ਰਹਿਣ ਕਰਨਾ, ਗ੍ਰਹਿਣਸ਼ੀਲਤਾ ਜਾਂ ਪ੍ਰਾਪਤ ਕਰਨਾ। ਮੁੱਕਦੀ ਗੱਲ ਇਹ ਹੈ ਕਿ ਜਦੋਂ ਬੱਚਾ ਮਾਤਰ ਭਾਸ਼ਾ ਸਿੱਖਦਾ ਹੈ ਤਾਂ ਉਹ ਮਾਤਰ ਭਾਸ਼ਾ ਸਿੱਖਣ ਦਾ ਜਿਹੜਾ ਪ੍ਰੋਸੈਸ ਹੈ ਉਸ ਨੂੰ ਭਾਸ਼ਾ ਅਖਤਿਆਰ ਕਰਨਾ ਕਹਿੰਦੇ ਹੈ। ਅਤੇ ਇਹ ਆਪਣੇ ਚੈਨਲ ਦੇ ਉੱਪਰ ਜਿਹੜੀ ਹੈ ਕਨਸੈਪਟ ਹੈ ਉਸ ਦਾ ਟੌਪਿਕ ਜਿਹੜਾ ਆਪਾਂ ਬਿਲਕੁਲ ਕਲੀਅਰ ਕੀਤਾ ਹੋਇਆ। ਜਿਸ ਨੇ ਇਸ ਟੌਪਿਕ ਦੇ ਬਾਰੇ ਕੁਛ ਕਨਫਿਊਜ਼ਨ ਹੈ ਤਾਂ ਉਹ ਵੀਡੀਓ ਜ਼ਰੂਰ ਦੇਖ ਲੈਣਾ। ਬੜੀ ਛੋਟੀ ਜਿਹੀ ਵੀਡੀਓ ਹੈ, ਉਹ ਜ਼ਰੂਰ ਦੇਖ ਲੈਣਾ ਜੀ। ਠੀਕ ਹੈ, ਜੇ ਗੱਲ ਆ ਜਾਵੇ ਭਾਸ਼ਾ ਸਿੱਖਣਾ, ਠੀਕ ਹੈ, ਉਹ ਫਿਰ ਸਕੂਲ ਦੀ ਗੱਲ ਕੀਤੀ ਜਾ ਰਹੀ ਹੈ। ਇੱਥੇ ਸ਼ਬਦ ਕੀ ਹੈ ਜੀ? ਭਾਸ਼ਾ ਅਖਤਿਆਰ ਕਰਨਾ ਜਾਂ ਗ੍ਰਹਿਣਸ਼ੀਲਤਾ ਜਾਂ ਗ੍ਰਹਿਣ ਕਰਨਾ ਜਾਂ ਪ੍ਰਾਪਤ ਕਰਨਾ। ਤਾਂ ਆਓ ਫਿਰ ਇਸ ਦਾ ਸਭ ਤੋਂ ਅਹਿਮ ਢੰਗ ਕੀ ਹੈ ਜੀ? ਉਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁਣਨਾ, ਉਚਿਤ ਸਮੱਗਰੀ ਪੜ੍ਹਨਾ, ਵਿਆਕਰਣਕ ਸੰਰਚਨਾਵਾਂ ਨੂੰ ਸਿੱਖਣਾ ਜਾਂ ਜਮਾਤ ਵਿੱਚ ਉਪਚਾਰਿਕ ਅਧਿਐਨ। ਹੁਣ ਇੱਥੇ ਮੈਂ ਤੁਹਾਨੂੰ ਦੱਸਦੀ ਗੱਲ ਕਿ ਇਹ ਜਿਹੜੇ ਅਖਤਿਆਰ ਸ਼ਬਦ ਹੈ ਇਹ ਮਾਤਰ ਭਾਸ਼ਾ ਦੇ ਨਾਲ ਸੰਬੰਧਿਤ ਹੈ ਜੀ। ਤਾਂ ਫਿਰ ਮਾਤਰ ਭਾਸ਼ਾ ਬੱਚਾ ਜਿਹੜਾ ਹੈ ਉਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁਣਨਾ, ਮਤਲਬ ਮਾਤਰ ਭਾਸ਼ਾ ਕਿਵੇਂ ਸਿੱਖਦਾ ਹੈ? ਜਿਵੇਂ ਉਸ ਦਾ ਕੁਦਰਤੀ ਵਾਤਾਵਰਨ ਹੋਵੇਗਾ, ਮਤਲਬ ਪਰਿਵਾਰ ਦਾ ਵਾਤਾਵਰਨ ਜੋ ਵੀ ਕੁਦਰਤੀ ਰੂਪ ਦੇ ਵਿੱਚ ਹੋਵੇਗਾ, ਉਸ ਨੂੰ ਉਸੇ ਤਰੀਕੇ ਨਾਲ ਭਾਸ਼ਾ ਜਿਹੜਾ ਹੈ ਬੱਚਾ ਨਕਲ ਦੇ ਦੁਆਰਾ ਅਖਤਿਆਰ ਕਰ ਲੈਂਦਾ ਹੈ, ਗ੍ਰਹਿਣ ਕਰ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਠੀਕ ਹੈ ਜੀ, ਇਹ ਯਾਦ ਰੱਖਿਓ। ਦੁਬਾਰਾ ਫਿਰ ਮੈਂ ਦੱਸ ਦਿੰਦਾ, ਜਦੋਂ ਅਖਤਿਆਰ ਦੀ ਗੱਲ ਕੀਤੀ ਜਾਵੇ ਤਾਂ ਸਮਝ ਲਓ ਮਾਤਰ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ। ਜੇ ਗੱਲ ਕੀਤੀ ਜਾਵੇ ਭਾਸ਼ਾ ਸਿੱਖਣਾ, ਫਿਰ ਉਹ ਸਕੂਲ ਦੀ ਗੱਲ ਕੀਤੀ ਜਾਵੇਗੀ। ਠੀਕ ਹੈ, ਤਾਂ ਸਕੂਲ ਦੇ ਵਿੱਚ ਕਿਵੇਂ ਸਿਖਾਈ ਜਾਂਦੀ ਹੈ ਉਹਦੀ ਆਪਸ਼ਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਨੰਬਰ 11। ਇਹਨਾਂ ਵਿੱਚੋਂ ਮੂਲ ਰੂਪ ਵਿੱਚ ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ ਜੀ? ਜਿਵੇਂ ਕਿ ਇਹ ਜਿਹੜਾ ਆਪਣਾ ਟੌਪਿਕ ਹੈ ਭਾਸ਼ਾ ਦੇ ਕੌਸ਼ਲ, ਉਹਦੇ ਵਿੱਚੋਂ ਇੱਕ ਜਿਹੜਾ ਹੈ ਪੜ੍ਹਨਾ, ਠੀਕ ਹੈ, ਉਹ ਜਿਹੜਾ ਇੱਕ ਟੌਪਿਕ ਹੈ ਉਸ ਦੇ ਉੱਪਰ ਇਹ ਲਿਆ ਗਿਆ ਜੀ। ਦੇਖੋ, ਪੜ੍ਹਨ ਦੀ ਜਿਹੜੀਆਂ ਦੋ ਕਿਸਮਾਂ ਹੁੰਦੀਆਂ ਜੀ, ਜਾਂ ਕਹਿ ਲਓ ਉਹਦੇ ਪ੍ਰਕਾਰ ਹੁੰਦੇ ਆ, ਇੱਕ ਉੱਚੀ ਉੱਚੀ ਪੜ੍ਹਨਾ ਅਤੇ ਇੱਕ ਮੌਨ ਪਾਠ। ਇਹ ਦੋ ਤਰੀਕੇ ਹੁੰਦੇ ਹੈ। ਠੀਕ ਹੈ, ਇਹਨਾਂ ਦੇ ਵਿੱਚੋਂ ਗੱਲ ਕੀਤੀ ਗਈ ਹੈ ਉੱਚੀ ਉੱਚੀ ਪੜ੍ਹਨਾ ਕਿਸ ਚੀਜ਼ ਦੀ ਜਿਹੜੀ ਹੈ ਇਹਨਾਂ ਵਿੱਚੋਂ ਆਪਾਂ ਪੜ੍ਹ ਸਕਦੇ ਹਾਂ? ਸਵੈ ਜੀਵਨੀ ਨੂੰ, ਕਹਾਣੀ ਨੂੰ, ਸਫ਼ਰਨਾਮਾ ਨੂੰ ਜਾਂ ਲੇਖ ਨੂੰ। ਤਾਂ ਇਹਦੇ ਵਿੱਚ ਆਪਾਂ ਕਹਾਣੀ ਨੂੰ ਉੱਚੀ ਉੱਚੀ ਪੜ੍ਹ ਸਕਦੇ ਹਾਂ, ਕਿਉਂਕਿ ਸਵੈ ਜੀਵਨੀ ਹੈ ਜਾਂ ਸਫ਼ਰਨਾਮਾ ਹੈ, ਲੇਖ ਹੈ, ਤਾਂ ਉਸ ਦੇ ਵਿੱਚ ਲੇਖਕ ਦੇ ਆਪਣੇ ਕੁਝ ਨਿੱਜੀ ਜਿਹੜੇ ਹੈ ਕੁਝ ਵਿਚਾਰ ਪੇਸ਼ ਕੀਤੇ ਜਿਹੜੇ ਜਾ ਸਕਦੇ ਹੈ। ਕੁਝ ਸਕਾਰਾਤਮਕ ਵੀ ਹੋ ਸਕਦੇ ਹੈ ਅਤੇ ਨਕਾਰਾਤਮਕ ਵੀ ਹੋ ਸਕਦੇ ਹੈ। ਪਰ ਜਿਹੜੀ ਕਹਾਣੀ ਹੈ ਉਹ ਕਾਲਪਨਿਕ ਵੀ ਹੋ ਸਕਦੀ ਹੈ। ਠੀਕ ਹੈ, ਉਹ ਆਪਾਂ ਪ੍ਰਾਇਮਰੀ ਪੱਧਰ ਦੇ ਉੱਪਰ ਵੀ ਜਾਂ ਵੱਡੇ ਪੱਧਰ ਦੇ ਉੱਪਰ ਵੀ ਉਸ ਨੂੰ ਆਪਾਂ ਪੜ੍ਹ ਸਕਦੇ ਹਾਂ। ਤਾਂ ਜਿਵੇਂ ਕਿ ਮੇਨ ਗੱਲ ਇਹ ਹੈ ਕਿ ਜਿਹੜਾ ਪਾਠ ਹੈ ਜਾਂ ਉਸ ਨੂੰ ਪੜ੍ਹਨ ਦਾ ਜਿਹੜਾ ਤਰੀਕਾ ਹੈ ਉਹ ਦੋ ਤਰੀਕੇ ਹਨ। ਮੌਨ ਪਾਠ ਦੇ ਵਿੱਚੋਂ ਆਪਾਂ ਸਵੈ ਜੀਵਨੀ ਪੜ੍ਹ ਸਕਦੇ ਹਾਂ, ਸਫ਼ਰਨਾਮਾ, ਲੇਖ। ਪਰ ਜਦੋਂ ਗੱਲ ਉੱਚੀ ਉੱਚੀ ਪੜ੍ਹਨ ਦਾ ਜਿਹੜਾ ਢੰਗ ਹੈ ਉਹ ਕਹਾਣੀ ਦੇ ਉੱਪਰ ਹੀ ਜਿਹੜਾ ਹੈ ਆਪਾਂ ਉਸ ਨੂੰ ਸਹੀ ਮੰਨਾਂਗੇ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 12। ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਗਲਤ ਦੀ ਪਹਿਚਾਣ ਕਰਨੀ ਹੈ ਜੀ। ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਲਈ ਵਿਆਕਰਣ ਇੱਕ ਸੰਦ ਹੈ। ਠੀਕ ਹੈ, ਇਹ ਤਾਂ ਦੇਖਦੇ ਹਾਂ ਆਪਾਂ ਕਿ ਭਾਸ਼ਾ ਦਾ ਇੱਕ ਕਾਰਜ ਅਭਿਵਿਅਕਤੀ ਹੈ ਜੀ। ਅਭਿਵਿਅਕਤੀ ਮਤਲਬ ਪੇਸ਼ ਕਰਨਾ, ਕਿ ਭਾਸ਼ਾ ਦਾ ਜਿਹੜਾ ਕੰਮ ਹੈ ਆਪਣੇ ਮਨ ਦੇ ਵਿਚਾਰਾਂ ਨੂੰ ਪੇਸ਼ ਕਰਨਾ ਹੁੰਦਾ ਜੀ। ਬਿਲਕੁਲ ਠੀਕ ਹੈ ਜੀ। ਭਾਸ਼ਾ ਅਤੇ ਵਿਚਾਰ ਅੰਤਰ ਨਿਰਭਰ ਹਨ ਜੀ। ਬਿਲਕੁਲ ਠੀਕ ਹੈ। ਮਨ ਦੇ ਵਿੱਚ ਜੋ ਵਿਚਾਰ ਹੋਣਗੇ ਤਾਂ ਵਿਚਾਰਾਂ ਨੂੰ ਪੇਸ਼ ਕਰਨ ਲਈ ਕੋਈ ਨਾ ਕੋਈ ਭਾਸ਼ਾ ਵੀ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਹੀ ਉਹ ਫਿਰ ਆਪਣਾ ਭਾਸ਼ਾ ਦੇ ਮਾਧਿਅਮ ਦੁਆਰਾ ਵਿਚਾਰਾਂ ਨੂੰ ਪੇਸ਼ ਕਰ ਸਕੇਗਾ। ਇਸ ਲਈ ਇਹ ਦੋਵੇਂ ਅੰਤਰ ਨਿਰਭਰ ਹਨ ਜੀ। ਬਿਲਕੁਲ ਠੀਕ ਹੈ। ਭਾਸ਼ਾ ਦੀਆਂ ਪਾਠ ਪੁਸਤਕਾਂ ਅਧਿਆਪਕਾਂ ਵਾਸਤੇ ਸੰਦਰਭ ਬਿੰਦੂ
ਹੁੰਦੀਆਂ ਹਨ। ਮਤਲਬ ਭਾਸ਼ਾ ਦੀਆਂ ਜਿਹੜੀਆਂ ਪਾਠ ਪੁਸਤਕਾਂ ਹਨ, ਮੰਨ ਲਓ ਬੱਚੇ ਕਿਸ ਪੱਧਰ ਦੇ ਹਨ, ਪ੍ਰਾਇਮਰੀ ਪੱਧਰ ਦੇ ਹਨ ਜਾਂ ਮਿਡਲ ਪੱਧਰ ਦੇ ਹਨ ਜਾਂ ਉੱਚ ਪੱਧਰ ਦੇ ਹਨ, ਤਾਂ ਉਸ ਦਾ ਸਿੱਖਿਆ ਮਨੋਵਿਗਿਆਨ ਕਿਸ ਤਰੀਕੇ ਦਾ ਹੈ ਜਾਂ ਉਸ ਨੂੰ ਕਿਹੜਾ ਸਿਲੇਬਸ ਪੜ੍ਹਾਉਣਾ ਹੈ, ਤਾਂ ਪਾਠ ਪੁਸਤਕਾਂ ਉਹਦੇ ਸੰਦਰਭ ਬਿੰਦੂ ਹੁੰਦੀਆਂ ਹਨ ਜੀ। ਤੇ ਇਹਦੇ ਵਿੱਚੋਂ ਫਿਰ ਜਿਹੜਾ ਗਲਤ ਜਿਹੜਾ ਹੈ ਆਪਸ਼ਨ ਕੀ ਹੈ ਜੀ? ਆਪਸ਼ਨ ਨੰਬਰ ਪਹਿਲਾ, ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਲਈ ਵਿਆਕਰਣ ਇੱਕ ਸੰਦ ਹੈ। ਸੰਦ ਮਤਲਬ ਸਾਧਨ ਹੈ ਜੀ। ਠੀਕ ਹੈ, ਜਦੋਂ ਆਪਾਂ ਇੱਥੇ ਬੁਨਿਆਦੀ ਦੀ ਗੱਲ ਕੀਤੀ ਜਾ ਰਹੀ ਹੈ, ਭਾਸ਼ਾ ਦੇ ਬੁਨਿਆਦੀ ਗਿਆਨ ਮਤਲਬ ਬੱਚਾ ਹਜੇ ਭਾਸ਼ਾ ਸਿੱਖ ਹੀ ਰਿਹਾ ਹੈ, ਤਾਂ ਉਹਦੇ ਵਿੱਚ ਫਿਰ ਵਿਆਕਰਣ ਦਾ ਤਾਂ ਕੋਈ ਰੋਲ ਨਹੀਂ ਹੁੰਦਾ, ਕਿਉਂਕਿ ਸ਼ੁਰੂ ਦੇ ਵਿੱਚ ਬੱਚਾ ਭਾਸ਼ਾ ਨੂੰ ਗਲਤ ਤਰੀਕੇ ਨਾਲ ਵੀ ਬੋਲ ਸਕਦਾ ਹੈ, ਜਾਂ ਕਹਿ ਲਓ ਕੁਝ ਬੱਚੇ ਤੋਤਲੇ ਹੁੰਦੇ ਆ, ਜਾਂ ਕੁਝ ਬੱਚੇ ਸ਼ੁੱਧ ਰੂਪ ਜਿਹੜਾ ਹੈ ਨਹੀਂ ਬੋਲ ਸਕਦੇ, ਤਾਂ ਉਸ ਨੂੰ ਬਾਰ-ਬਾਰ ਪ੍ਰੈਕਟਿਸ ਕਰਵਾਈ ਜਾਂਦੀ ਹੈ। ਠੀਕ ਹੈ, ਪਰ ਉਹਦੇ ਵਿੱਚ ਵਿਆਕਰਣ ਦਾ ਕੋਈ ਰੋਲ ਨਹੀਂ ਹੁੰਦਾ। ਤਾਂ ਇਹਦੇ ਵਿੱਚ ਜਿਹੜਾ ਗਲਤ ਹੈ ਉਹ ਆਪਾਂ ਪਹਿਚਾਣ ਕਰਨੀ ਹੈ। ਤਾਂ ਇਹਦੇ ਵਿੱਚ ਸੰਦ ਵਿਆਕਰਣ ਦਾ ਰੋਲ ਨਹੀਂ ਹੁੰਦਾ, ਤੇ ਇੱਥੇ ਕਿਹਾ ਗਿਆ ਇਹਨੂੰ ਪੋਜ਼ਿਟਿਵ ਕਿਹਾ ਗਿਆ, ਤੇ ਅਸਲ ਦੇ ਵਿੱਚ ਇਹ ਨੈਗੇਟਿਵ ਹੁੰਦਾ। ਠੀਕ ਹੈ, ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 13 ਜੋ ਕਿ 2013 ਦਾ ਪੇਪਰ ਹੈ ਜੀ। ਇਹ ਬਹੁਤ ਹੀ ਵਧੀਆ ਸੈੱਟ ਬਣਾਏ ਹੋਏ ਹੈ। ਪ੍ਰੀਵੀਅਸ ਪੇਪਰ ਦੇ ਕਿਹੜੇ ਕੁਐਸਚਨ ਪੈਡਾਗੋਜੀ ਦੇ ਆਏ ਹੋਏ ਆ ਜੀ। ਅੱਗੇ ਵਧਦੇ ਹਾਂ। ਪ੍ਰਸ਼ਨ ਨੰਬਰ 13, ਭਾਸ਼ਾ ਪ੍ਰਾਪਤੀ ਤੇ ਭਾਸ਼ਾ ਸਿੱਖਿਆ ਵਿੱਚ ਮੁੱਖ ਅੰਤਰ ਕੀ ਹੈ ਜੀ? ਵੈਰੀ ਇੰਪੋਰਟੈਂਟ ਜੀ, ਬਹੁਤ ਸੋਹਣਾ ਕੁਐਸਚਨ ਹੈ। ਇਹ ਆਪਾਂ ਕੁਐਸਚਨ ਨੰਬਰ ਜਿਹੜਾ 10 ਹੈ ਉਹ ਡਿਸਕਸ ਕੀਤਾ ਸੀ ਮੌਖਿਕ ਰੂਪ ਦੇ ਵਿੱਚ। ਇੱਥੇ ਗੱਲ ਕੀਤੀ ਗਈ ਭਾਸ਼ਾ ਪ੍ਰਾਪਤੀ ਮਤਲਬ ਭਾਸ਼ਾ ਅਖਤਿਆਰ ਕਰਨਾ, ਭਾਸ਼ਾ ਗ੍ਰਹਿਣ ਕਰਨਾ, ਭਾਸ਼ਾ ਦੀ ਗ੍ਰਹਿਣਸ਼ੀਲਤਾ। ਤੇ ਦੂਸਰਾ ਕੰਸੈਪਟ ਕੀ ਹੈ ਜੀ? ਭਾਸ਼ਾ ਸਿੱਖਿਆ ਮਤਲਬ ਸਕੂਲ ਦੀ ਗੱਲ ਕੀਤੀ ਜਾ ਰਹੀ ਹੈ ਜੀ। ਠੀਕ ਹੈ, ਭਾਸ਼ਾ ਪ੍ਰਾਪਤੀ ਮਤਲਬ ਮਾਤਰ ਭਾਸ਼ਾ, ਜਾਂ ਘਰ ਲਿਖ ਲਓ ਇੱਥੇ। ਇਹ ਕੰਸੈਪਟ ਆਪਾਂ ਵੀਡੀਓ ਦੇ ਵਿੱਚ ਵੀ ਕਲੀਅਰ ਕੀਤਾ ਹੋਇਆ ਹੈ। ਮੇਰੇ ਤੁਸੀਂ ਪ੍ਰੀਵੀਅਸ ਜਿਹੜੇ ਲੈਕਚਰਸ ਪਏ ਆ ਉਹ ਜ਼ਰੂਰ ਤੁਸੀਂ ਦੇਖ ਲੈਣਾ। ਤਾਂ ਹਮੇਸ਼ਾ ਹੀ ਜਿਹੜੇ ਨਵੇਂ ਬੱਚੇ ਹੈ ਉਹ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਕਨਫਿਊਜ਼ ਹੋ ਕੇ ਕੁਐਸਚਨ ਗਲਤ ਕਰ ਲੈਂਦੇ ਆ ਜੀ। ਇਹਦੇ ਵਿੱਚ ਦੇਖਦੇ ਹਾਂ ਫਿਰ ਆਪਾਂ ਭਾਸ਼ਾ ਦੀ ਜਟਿਲਤਾ ਦਾ ਮੁੱਖ ਅੰਤਰ ਹੈ। ਅੱਗੇ ਦੇਖਦੇ ਹਾਂ ਸ਼ਬਦਾਂ, ਵਾਕਾਂ ਤੇ ਅਰਥਾਂ ਦਾ ਅੰਤਰ ਹੋ ਸਕਦਾ ਹੈ, ਸਹਿਜਤਾ ਅਤੇ ਸੁਭਾਵਿਕਤਾ ਦਾ, ਜਾਂ ਭਾਸ਼ਾਈ ਸਮੱਗਰੀ ਦਾ। ਠੀਕ ਹੈ, ਇਹਦੇ ਵਿੱਚ ਕੀ ਹੈ ਜੀ? ਆਨਸਰ ਆਏਗਾ ਆਪਣਾ ਤੀਸਰਾ ਆਪਸ਼ਨ, ਸਹਿਜਤਾ ਅਤੇ ਸੁਭਾਵਿਕਤਾ। ਕਿ ਮਾਤਰ ਭਾਸ਼ਾ ਬੱਚਾ ਆਪਣੇ ਕੁਦਰਤੀ ਵਾਤਾਵਰਨ ਦੇ ਵਿੱਚੋਂ ਸਿੱਖਦਾ ਹੈ, ਜਾਂ ਉੱਪਰ ਇੱਕ ਪ੍ਰਸ਼ਨ ਵੀ ਆਇਆ ਸੀ ਕਿ ਕੁਦਰਤੀ ਵਾਤਾਵਰਨ ਵਿੱਚ ਸਿੱਖਦਾ ਹੈ ਜੀ। ਪਰ ਜਿਹੜਾ ਸਕੂਲ ਦਾ ਵਾਤਾਵਰਨ ਹੈ ਉਹ ਕੁਦਰਤੀ ਨਹੀਂ ਹੁੰਦਾ, ਉਹ ਵਿਸ਼ੇਸ਼ ਹੁੰਦਾ ਹੈ ਜੀ। ਜਾਂ ਕਹਿ ਲਓ ਉਹਦੇ ਵਿੱਚ ਅਧਿਆਪਕ ਕੁਝ ਕੌਸ਼ਲਾਂ ਦਾ ਪ੍ਰਯੋਗ ਕਰਦਾ ਹੈ, ਕੁਝ ਪ੍ਰਯੋਗਾਂ ਦਾ ਕਰਦਾ ਹੈ ਜੀ ਪ੍ਰਯੋਗ, ਜਾਂ ਕੁਝ ਜਿਵੇਂ ਸਿੱਖਣ ਸਿਖਾਉਣ ਦੇ ਜਿਹੜੇ ਕੁਝ ਸਿਧਾਂਤ ਹੈ, ਕੁਝ ਨਿਯਮ ਹੈ, ਠੀਕ ਹੈ, ਉਹਨਾਂ ਦਾ ਪ੍ਰਯੋਗ ਕਰਦਾ ਹੈ। ਉਹ ਖਾਸ ਸਕੂਲ ਦੇ ਵਿੱਚ ਜਿਹੜਾ ਹੈ ਭਾਸ਼ਾ ਸਿਖਾਉਣ ਦਾ ਜਿਹੜਾ ਵਾਤਾਵਰਨ ਹੁੰਦਾ ਉਹ ਕੁਦਰਤੀ ਨਹੀਂ ਹੁੰਦਾ, ਉਸ ਨੂੰ ਵਿਸ਼ੇਸ਼ ਰੂਪ ਦੇ ਵਿੱਚ ਤਿਆਰ ਕੀਤਾ ਹੁੰਦਾ ਹੈ ਜੀ। ਤੇ ਇਹਦੇ ਵਿੱਚ ਫਿਰ ਮੁੱਖ ਅੰਤਰ ਕੀ ਆਏਗਾ ਜੀ? ਫਿਰ ਸਹਿਜਤਾ ਅਤੇ ਸੁਭਾਵਿਕਤਾ ਵਿੱਚ ਅੰਤਰ। ਅੱਗੇ ਵਧਦੇ ਹਾਂ। ਪ੍ਰਸ਼ਨ ਨੰਬਰ 14, ਭਾਸ਼ਾ ਸੰਬੰਧੀ ਕਿਹੜਾ ਕਥਨ ਦਰੁਸਤ ਹੈ? ਉਮੀਦ ਹੈ ਕਿ ਜੋ ਆਪਾਂ ਪ੍ਰਸ਼ਨ ਡਿਸਕਸ ਕਰ ਰਹੇ ਹਾਂ ਜੀ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਉਸਦਾ ਫਾਇਦਾ ਹੋ ਰਿਹਾ ਹੋਏਗਾ। ਕੁਝ ਬਹੁਤ ਸਾਰੀਆਂ ਗੱਲਾਂ ਦਾ ਜਿਹੜੀ ਹੈ ਸਮਝ ਆ ਰਹੀ ਹੋਏਗੀ। ਜੋ ਕਨਫਿਊਜ਼ਨ ਜਾਂ ਕੁਝ ਭ੍ਰਾਂਤੀਆਂ ਹੁੰਦੀਆਂ ਉਸ ਨੂੰ ਦੂਰ ਕਰਨਾ ਹੀ ਇਸ ਵੀਡੀਓ ਦਾ ਮਕਸਦ ਹੈ ਜੀ। ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਇਹ ਬਿਲਕੁਲ ਸਹੀ ਹੈ ਜੀ। ਅੱਗੇ ਵੀ ਦੇਖਦੇ ਹਾਂ ਆਪਾਂ, ਭਾਸ਼ਾ ਸਿਰਫ ਜਮਾਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨਹੀਂ ਜੀ, ਭਾਸ਼ਾ ਕੀ ਹੈ ਜੀ? ਮਾਤਰ ਭਾਸ਼ਾ ਵੀ ਹੋ ਸਕਦੀ ਹੈ, ਜੋ ਕਿ ਬੱਚਾ ਘਰ ਦੇ ਵਿੱਚ ਵੀ ਸਿੱਖ ਲੈਂਦਾ ਹੈ। ਸਾਰੀਆਂ ਭਾਸ਼ਾਵਾਂ ਇੱਕ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਜਿਹੜੀਆਂ ਸਾਰੀਆਂ ਭਾਸ਼ਾਵਾਂ ਹਨ ਜੀ, ਠੀਕ ਹੈ, ਉਹ ਇੱਕ ਲਿਪੀ ਵਿੱਚ ਨਹੀਂ ਲਿਖ ਸਕਦੀਆਂ। ਵੈਸੇ ਇਹਦੇ ਵਿੱਚ ਵੀ ਇਹ ਵੀ ਦਰੁਸਤ ਹੈ। ਇਹਦੇ ਵਿੱਚ ਆਪਾਂ ਦੇਖਦੇ ਹਾਂ, ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਕੋਈ ਰਿਸ਼ਤਾ ਨਹੀਂ ਹੈ ਜੀ। ਬਿਲਕੁਲ ਗਲਤ ਹੈ ਜੀ। ਇਹ ਪੰਜ ਭਾਸ਼ਾ ਹੀ ਸਮਾਜ ਦੇ ਵਿੱਚ ਜਿਹੜਾ ਹੈ ਉਹਦਾ ਅੰਗ ਹੈ, ਸੱਭਿਆਚਾਰ ਨਾਲ ਜੁੜਿਆ ਹੋਇਆ ਜੀ ਭਾਸ਼ਾ। ਤੇ ਇਹਦੇ ਵਿੱਚ ਤਾਂ ਆਪਣੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਆਪਸ਼ਨ ਲਗਾਵਾਂਗੇ ਉਹ ਇਹ ਲਗਾਵਾਂਗੇ, ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਠੀਕ ਹੈ, ਮਤਲਬ ਸਮਾਜ ਵਿੱਚ ਤਾਂ ਰਹੇਗਾ ਨਾ ਬੱਚਾ। ਠੀਕ ਹੈ, ਜਦੋਂ ਤੱਕ ਬੱਚਾ ਸਮਾਜ ਦੇ ਵਿੱਚ ਰਹੇਗਾ ਤਾਂ ਉਦੋਂ ਹੀ ਉਸ ਦੀ ਜਿਹੜੀ ਹੈ ਵਿਕਸਿਤ ਹੋਵੇਗਾ ਭਾਸ਼ਾ ਦਾ। ਪਰ ਇੱਥੇ ਕੀ ਗੱਲ ਕੀਤੀ ਜਾ ਰਹੀ ਹੈ ਕਿ ਸਮਾਜ ਤੋਂ ਬਾਹਰ ਵਿਕਸਿਤ ਨਹੀਂ ਹੋ ਸਕਦੀ। ਜਿੱਥੇ ਜਿੱਥੇ ਬੱਚਾ ਜਾਵੇਗਾ ਉੱਥੇ ਫਿਰ ਜਿਹੜਾ ਹੈ ਭਾਸ਼ਾ ਦਾ ਵਿਕਾਸ ਹੁੰਦਾ ਹੀ ਹੈ। ਇੱਥੇ ਇਹ ਗੱਲ ਹੋਰ ਲਿਖੀ ਗਈ ਹੈ, ਦੇਖੋ ਇਹ ਕੁਐਸਚਨ ਹੀ ਜਿਹੜਾ ਹੈ ਮਿਸ ਪ੍ਰਿੰਟਿੰਗ ਲੱਗਦੀ ਹੈ ਇਹਦੇ ਵਿੱਚ, ਜਾਂ ਕੁਝ ਟਾਈਪਿੰਗ ਦੇ ਵਿੱਚ ਗਲਤੀ ਲੱਗਦੀ ਹੈ ਮੈਨੂੰ।
ਸਾਰੀਆਂ ਭਾਸ਼ਾਵਾਂ ਇੱਕੋ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਠੀਕ ਹੈ, ਇਹ ਵੀ ਦਰੁਸਤ ਹੈ। ਜਿਵੇਂ ਕਿ ਪੰਜਾਬੀ ਹੈ, ਪੰਜਾਬੀ ਦੀ ਲਿਪੀ ਜਿਹੜੀ ਹੈ ਉਹ ਗੁਰਮੁਖੀ ਹੈ, ਹਿੰਦੀ ਦੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਜਿਹੜੀ ਹੈ ਰੋਮਨ ਹੈ। ਇਹ ਆਪਾਂ ਨੂੰ ਪਤਾ ਹੈ ਕਿ ਸਾਰੀਆਂ ਭਾਸ਼ਾਵਾਂ ਇੱਕੋ ਹੀ ਜਿਹੜੀ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਤਾਂ ਆਨਸਰ ਇਸ ਦਾ ਤੀਸਰਾ ਵੀ ਬਣਦਾ ਹੈ ਜੀ। ਠੀਕ ਹੈ, ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 15 ਜੋ ਕਿ 2013 ਦਾ ਪ੍ਰਸ਼ਨ ਹੈ ਜੀ। ਪ੍ਰਾਇਮਰੀ ਪੱਧਰ ਤੇ, ਇੱਥੇ ਦੇਖੋ ਪੱਧਰ ਨੂੰ ਵਿਸ਼ੇਸ਼ ਧਿਆਨ ਦੇ ਵਿੱਚ ਰੱਖਣਾ ਹੈ। ਪ੍ਰਾਇਮਰੀ ਪੱਧਰ ਦੇ ਉੱਪਰ ਜਿਹੜੇ ਗੱਲ ਕੀਤੀ ਜਾ ਸਕਦੀ ਹੈ, ਜਾਂ ਕਹਿ ਲਓ ਮਿਡਲ ਪੱਧਰ ਦੇ ਉੱਪਰ ਜਾਂ ਉੱਚ ਪੱਧਰ ਦੇ, ਤਾਂ ਹਮੇਸ਼ਾ ਹੀ ਪੱਧਰ ਦਾ ਧਿਆਨ ਰੱਖਣਾ ਹੈ ਕਿ ਪੱਧਰ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਾਂ ਪ੍ਰਸ਼ਨ ਦਾ ਉੱਤਰ ਕਿਸ ਤਰੀਕੇ ਨਾਲ ਦੇਣਾ ਹੈ। ਪ੍ਰਾਇਮਰੀ ਪੱਧਰ ਉੱਤੇ ਇਹ ਸਹੀ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਵਿੱਚ ਪੜ੍ਹਾਇਆ ਜਾਵੇ। ਠੀਕ ਹੈ, ਪ੍ਰਾਇਮਰੀ ਪੱਧਰ ਯਾਨੀ ਕਿ ਛੋਟੇ ਛੋਟੇ ਬੱਚੇ ਨੂੰ ਮਾਤਰ ਭਾਸ਼ਾ ਦੇ ਮਾਧਿਅਮ ਦੁਆਰਾ ਹੀ ਪੜ੍ਹਾਇਆ ਜਾਵੇ, ਕਿਉਂਕਿ ਹੁਣ ਇੱਕ ਗੱਲ ਤਾਂ ਆਪਾਂ ਨੂੰ ਸਪਸ਼ਟ ਹੋ ਗਈ ਕਿ ਪ੍ਰਾਇਮਰੀ ਪੱਧਰ ਦੇ ਉੱਪਰ ਬੱਚਿਆਂ ਨੂੰ ਮਾਤਰ ਭਾਸ਼ਾ ਨਾਲ ਸਿਖਾਇਆ ਜਾਣਾ ਚਾਹੀਦਾ ਹੈ। ਇਹ ਗੱਲ ਕਨਸੈਪਟ ਹੋ ਗਈ। ਕਿਉਂ ਪੜ੍ਹਾਉਣਾ ਚਾਹੀਦਾ, ਅੱਗੇ ਦੇਖਦੇ ਹਾਂ। ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ, ਬੱਚਿਆਂ ਲਈ ਪੜ੍ਹਾਈ ਆਸਾਨ ਬਣ ਜਾਂਦੀ ਹੈ, ਬੁੱਧੀ ਵਿਕਾਸ ਵਿੱਚ ਮਦਦਗਾਰ ਹੁੰਦੀ ਹੈ, ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਵਿੱਚ ਮਦਦ ਮਿਲਦੀ ਹੈ। ਕਿ ਬੱਚਿਆਂ ਨੂੰ ਮਾਤਰ ਭਾਸ਼ਾ ਦੇ ਅਨੁਸਾਰ ਸਿਖਾਇਆ ਜਾਵੇਗਾ ਪ੍ਰਾਇਮਰੀ ਪੱਧਰ ਦੇ ਉੱਪਰ, ਤਾਂ ਉਹ ਆਪਣੀ ਮਾਤਰ ਭਾਸ਼ਾ ਦੇ ਵਿੱਚ ਆਪਣੇ ਮਨ ਦੇ ਜਿਹੜੇ ਵਿਚਾਰ ਹੈ ਉਹ ਬਿਲਕੁਲ ਸ਼ੁੱਧ ਅਤੇ ਸਪਸ਼ਟ ਰੂਪ ਨਾਲ ਜਿਹੜਾ ਹੈ ਪੇਸ਼ ਕਰ ਸਕਦੇ ਹੈ। ਉਹਦੇ ਨਾਲ ਇੱਕ ਤਰ੍ਹਾਂ ਦਾ ਖਾਸ ਲਗਾਵ ਹੁੰਦਾ ਹੈ। ਤਾਂ ਜਦੋਂ ਮਾਤਰ ਭਾਸ਼ਾ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਿਖਾਇਆ ਜਾਵੇਗਾ ਤਾਂ ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਵਿੱਚ ਮਦਦ ਮਿਲੇਗੀ, ਯਾਨੀ ਕਿ ਉਹਦੀ ਅੰਤਰ ਆਤਮਾ ਨਾਲ ਉਹ ਮਾਤਰ ਭਾਸ਼ਾ ਜੁੜੀ ਹੋਈ ਹੈ। ਤਾਂ ਜਦੋਂ ਆਪਾਂ ਕੋਈ ਵੀ ਗੱਲ ਕਰੀਏ ਕਿ ਜਦੋਂ ਆਪਾਂ ਪੂਰੀ ਆਤਮਾ ਨਾਲ, ਪੂਰੀ ਤਨ ਮਨ ਨਾਲ ਜਦੋਂ ਆਪਾਂ ਕੋਈ ਵੀ ਚੀਜ਼ ਸਿੱਖਦੇ ਹਾਂ ਤਾਂ ਉਹ ਫਿਰ ਉਹਦਾ ਜਿਹੜਾ ਹੈ ਜਲਦੀ ਸਿੱਖ ਜਾਂਦੇ ਹਾਂ, ਜਾਂ ਕਹਿ ਲਓ ਕਿ ਉਹ ਪੋਜ਼ੀਟਿਵ ਰੂਪ ਦੇ ਵਿੱਚ ਸਿੱਖਿਆ ਜਾਂਦਾ ਹੈ। ਜਦੋਂ ਪ੍ਰਾਇਮਰੀ ਪੱਧਰ ਦੇ ਉੱਪਰ ਮਾਤਰ ਭਾਸ਼ਾ ਦਾ ਪ੍ਰਯੋਗ ਕੀਤਾ ਜਾਵੇਗਾ ਤਾਂ ਉਸ ਨੂੰ ਵਧੀਆ ਤਰੀਕੇ ਨਾਲ ਸਮਝ ਵਿੱਚ ਮਦਦ ਮਿਲੇਗੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 16, ਭਾਸ਼ਾ ਦੇ ਵਿਗਿਆਨ ਨੂੰ ਕੀ ਕਿਹਾ ਜਾਂਦਾ ਹੈ ਜੀ। ਭਾਸ਼ਾ ਦੇ ਵਿਗਿਆਨ ਨੂੰ, ਯਾਨੀ ਕਿ ਆਪਾਂ ਜਿਹੜਾ ਸ਼ਬਦ ਹੈ ਪੈਡਾਗੋਜੀ, ਉਸ ਦੀ ਗੱਲ ਕੀਤੀ ਜਾ ਰਹੀ ਹੈ ਜੀ। ਸ਼ੈਲੀ ਵਿਗਿਆਨ, ਧੁਨੀ ਵਿਗਿਆਨ, ਭਾਸ਼ਾ ਵਿਗਿਆਨ, ਸ਼ਬਦ ਵਿਗਿਆਨ। ਤਾਂ ਇੱਥੇ ਆਪਾਂ ਨੂੰ ਸਮਝ ਲੱਗੀ ਹੈ ਜੀ, ਇਹ ਹੈ ਜੀ ਭਾਸ਼ਾ ਵਿਗਿਆਨ। ਕਿ ਭਾਸ਼ਾ ਕੀ ਹੈ, ਇਸ ਦੇ ਸਿਧਾਂਤ ਕੀ ਹਨ, ਇਸ ਦੇ ਨਿਯਮ ਕੀ ਹਨ, ਇਸ ਦੇ ਕੀ ਇਹਦੇ ਕੌਸ਼ਲ ਹਨ ਭਾਸ਼ਾ ਦੇ, ਜਾਂ ਕੀ ਇਹਦੇ ਅਭਿਆਸ ਕਰਵਾਏ ਜਾਂਦੇ ਹਨ। ਸਾਰਾ ਬੜਾ ਹੀ ਜਿਹੜਾ ਸੰਪੂਰਨ, ਜਾਂ ਕਹਿ ਲਓ ਇੱਕ ਬਹੁਤ ਹੀ ਵਿਆਪਕ ਕਨਸੈਪਟ ਹੈ ਜੀ। ਤਾਂ ਉਸ ਨੂੰ ਕੀ ਕਹਿੰਦਾ ਹੈ ਜੀ, ਭਾਸ਼ਾ ਵਿਗਿਆਨ। ਠੀਕ ਹੈ, ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 17 ਜੋ ਕਿ 2018 ਦੇ ਵਿੱਚ ਪੁੱਛਿਆ ਗਿਆ ਸੀਗਾ ਜੀ। ਭਾਸ਼ਾ ਦਾਤ ਮਿਲੀ ਹੈ ਜੀ। ਭਾਸ਼ਾ ਜਿਹੜੀ ਹੈ ਇੱਕ ਗਿਫਟ ਮਿਲੀ ਹੈ, ਕਿਸ ਤੋਂ ਮਿਲੀ ਹੈ ਜੀ? ਕੁਦਰਤ ਤੋਂ, ਸੱਭਿਆਚਾਰ ਤੋਂ, ਇਤਿਹਾਸ ਤੋਂ, ਜਾਂ ਸਮਾਜ ਤੋਂ। ਤਾਂ ਜਦੋਂ ਹੀ ਮਨੁੱਖ ਦਾ ਜਿਹੜਾ ਹੈ ਜਨਮ ਹੋਇਆ ਤਾਂ ਉਸ ਦਿਨ ਤੋਂ ਹੀ ਆਪਾਂ ਜਿਹੜੀ ਹੈ ਭਾਸ਼ਾ ਆਪਾਂ ਨੂੰ ਮਿਲੀ ਹੋਈ ਹੈ। ਤਾਂ ਇਹ ਫਿਰ ਕੀ ਹੈ ਜੀ ਉੱਤਰ ਦਾ ਸਮਾਜ ਤੋਂ, ਆਪਸ਼ਨ ਨੰਬਰ ਚੌਥਾ ਜੀ। ਠੀਕ ਹੈ, ਕਿਉਂਕਿ ਮਨੁੱਖ ਇੱਕ ਸਮਾਜ ਦਾ ਹੀ ਅੰਗ ਹੈ, ਤਾਂ ਸਮਾਜ ਤੋਂ ਹੀ ਭਾਸ਼ਾ ਆਪਾਂ ਨੂੰ ਮਿਲੀ ਹੈ। ਮੰਨ ਲਓ ਕਿ ਪੁਰਾਣੀਆਂ ਕੋਈ ਜਿਵੇਂ ਭਾਸ਼ਾ ਹੈ ਪੰਜਾਬ ਦੇ ਵਿੱਚ, ਪਹਿਲਾਂ ਉਰਦੂ ਭਾਸ਼ਾ ਵੀ ਚੱਲਦੀ ਹੁੰਦੀ ਸੀ। ਠੀਕ ਹੈ, ਹੌਲੀ ਹੌਲੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਵੀ ਸਿੱਖ ਗਈ। ਕਿਵੇਂ ਸਿੱਖੀ? ਕਿਉਂਕਿ ਉਸਨੂੰ ਪੜ੍ਹਾਇਆ ਗਿਆ, ਸਮਝਾਇਆ ਗਿਆ। ਠੀਕ ਹੈ, ਮੰਨ ਲਓ ਆਪਣੇ ਤਾਇਆਂ ਤੋਂ ਜਾਂ ਆਪਣੇ ਦਾਦੇ ਤੋਂ ਉਹ ਉਰਦੂ ਦਾ ਆਮ ਪ੍ਰਯੋਗ ਕਰਦੇ ਸੀ, ਅਤੇ ਫਿਰ ਆਪਾਂ ਥੋੜ੍ਹਾ ਥੋੜ੍ਹਾ ਨੂੰ ਸਿੱਖ ਲਿਆ। ਜਾਂ ਹੋਰ ਆਪਾਂ ਕਹਿ ਲਓ ਜੇ ਪੰਜਾਬੀ ਭਾਸ਼ਾ, ਜਿਵੇਂ ਪੰਜਾਬ ਦੀ ਜਿਹੜੀ ਹੈ ਆਪਣੀ ਜਿਹੜੀ ਭਾਸ਼ਾ ਹੈਗੀ, ਆਪਾਂ ਉਸ ਭਾਸ਼ਾ ਨੂੰ ਸਿੱਖ ਰਹੇ ਹਾਂ। ਠੀਕ ਹੈ, ਛੋਟੇ ਛੋਟੇ ਬੱਚੇ ਜਿਵੇਂ ਅੱਗੇ ਨਵੀਂ ਪੀੜ੍ਹੀ ਹੋ ਰਹੀ ਆਪਾਂ ਉਹਨੂੰ ਸਿਖਾ ਰਹੇ ਹਾਂ। ਤਾਂ ਮਤਲਬ ਜਿਹੜੀ ਭਾਸ਼ਾ ਹੈ ਉਹ ਇੱਕ ਤਰ੍ਹਾਂ ਦੀ ਸਮਾਜ ਦੇ ਵਿੱਚ ਹੋਈ, ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਜਿਹੜੀ ਆਪਾਂ ਉਸ ਨੂੰ ਲੈ ਕੇ ਜਾ ਰਹੇ ਹਾਂ। ਠੀਕ ਹੈ, ਸਮਾਜ ਤੋਂ ਮਿਲੀ ਹੋਈ ਇੱਕ ਤਰ੍ਹਾਂ ਦੀ ਦਾਤ ਹੈ ਜੀ, ਗਿਫਟ ਹੈ। ਅੱਗੇ ਵਧਦੇ ਹਾਂ ਜੀ। 2016 ਦੇ ਵਿੱਚੋਂ ਪੁੱਛੇ ਗਏ ਪ੍ਰਸ਼ਨ, ਸਾਰੇ ਬੱਚੇ ਛੋਟੀ ਉਮਰ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਸਿੱਖ ਸਕਦੇ ਹਨ, ਇਸ ਲਈ ਜ਼ਰੂਰੀ ਸ਼ਰਤ ਹੈ ਕਿ ਜਿਵੇਂ ਛੋਟੀ ਉਮਰ ਹੈ ਉਹ ਇੱਕ ਤੋਂ ਵੱਧ ਭਾਸ਼ਾਵਾਂ ਸਿੱਖ ਲੈਂਦੇ ਆ ਜੀ। ਜਿਵੇਂ ਕਿ ਹੁਣ ਪ੍ਰਾਇਮਰੀ ਪੱਧਰ ਦੇ ਉੱਪਰ ਬੱਚਿਆਂ ਨੂੰ ਪੰਜਾਬੀ ਵੀ ਸਿਖਾਈ ਜਾਂਦੀ ਹੈ, ਹਿੰਦੀ ਵੀ ਸਿਖਾਈ ਜਾਂਦੀ ਹੈ, ਅੰਗਰੇਜ਼ੀ ਵੀ ਸਿਖਾਈ ਜਾਂਦੀ ਹੈ, ਤਾਂ ਉਹ ਸਿੱਖ ਜਾਂਦੇ ਹੈ। ਇਸ ਲਈ ਜ਼ਰੂਰੀ ਸ਼ਰਤ ਕੀ ਹੈ? ਕਿਸ ਤਰ੍ਹਾਂ ਦਾ ਵਾਤਾਵਰਨ ਹੋਵੇ? ਬੱਚਿਆਂ ਨੂੰ ਭਾਸ਼ਾਵਾਂ ਦਾ ਵਿਆਕਰਣ ਸਿਖਾਇਆ ਜਾਵੇ, ਭਾਸ਼ਾਵਾਂ ਦੀਆਂ ਪਾਠ ਪੁਸਤਕਾਂ ਰੋਚਕ ਬਣਾਈਆਂ ਜਾਣ, ਬੱਚਿਆਂ ਨੂੰ ਭਾਸ਼ਾਵਾਂ ਦਾ ਅਮੀਰ ਚੌਗਿਰਦਾ ਦਿੱਤਾ ਜਾਵੇ, ਬੱਚਿਆਂ ਦਾ ਨਿਰੀਖਣ ਕਦੀ ਨਾ ਕੀਤਾ ਜਾਵੇ। ਇਹਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ, ਬੱਚਿਆਂ ਨੂੰ ਭਾਸ਼ਾਵਾਂ ਦਾ ਅਮੀਰ ਚੌਗਿਰਦਾ ਦਿੱਤਾ ਜਾਵੇ। ਇਹ ਕੁਐਸਚਨ ਆਪਾਂ ਸ਼ਾਇਦ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਕਿ ਬੱਚਿਆਂ ਨੂੰ ਭਾਸ਼ਾ ਸਿੱਖਣ ਸਿਖਾਉਣ ਦਾ ਜਿਸ ਤਰੀਕੇ ਦਾ ਵੀ ਵਾਤਾਵਰਨ
ਬਣਾਇਆ ਜਾਵੇਗਾ। ਬੱਚੇ ਨੂੰ ਉਸੇ ਹੀ ਤਰੀਕੇ ਨਾਲ ਉਸੇ ਵਾਤਾਵਰਨ ਦੇ ਵਿੱਚ ਹੀ ਅੰਤਰ ਕਿਰਿਆ ਕਰਕੇ ਭਾਸ਼ਾ ਨੂੰ ਸਿੱਖ ਹੀ ਲੈਣਾ, ਚਾਹੇ ਉਸ ਨੂੰ ਕੋਈ ਵੀ ਭਾਸ਼ਾ ਸਿਖਾ ਦਿਓ ਉਸਨੇ ਸਿੱਖ ਹੀ ਲੈਣਾ ਹੈ। ਜਿਵੇਂ ਕਿ ਇੱਕ ਪ੍ਰਸ਼ਨ ਆਇਆ ਸੀ ਇੱਥੇ ਕਿ ਪਿਛਲੇ ਪੇਪਰ ਦੇ ਕੀਤਾ ਆਪਾਂ ਕਿ ਬੱਚੇ ਦੀ ਜਿਹੜੀ ਯੋਗਤਾ ਹੁੰਦੀ ਹੈ ਭਾਸ਼ਾ ਸਿੱਖਣ ਦੀ ਉਹ ਜਨਮਜਾਤ ਹੁੰਦੀ ਹੈ, ਠੀਕ ਹੈ। ਤਾਂ ਉਸ ਨੂੰ ਕੋਈ ਵੀ ਭਾਸ਼ਾ ਸਿੱਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਨੰਬਰ 19 ਪ੍ਰਾਥਮਿਕ ਪੱਧਰ ਤੇ। ਹੁਣ ਇੱਥੇ ਗੱਲ ਦੇਖੋ ਜੀ, ਪ੍ਰਾਥਮਿਕ ਪੱਧਰ ਤੇ ਪ੍ਰਾਇਮਰੀ ਪੱਧਰ ਤੇ ਗੱਲ ਕੀਤੀ ਜਾ ਰਹੀ ਹੈ। ਭਾਸ਼ਾ ਸਿਖਾਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਕੀ ਹੈ ਜੀ? ਸਭ ਤੋਂ ਮਹੱਤਵਪੂਰਨ ਉਦੇਸ਼ ਘਰ ਅਤੇ ਸਕੂਲ ਦੀ ਭਾਸ਼ਾ ਵਿੱਚ ਆਪਸੀ ਸੰਬੰਧ ਬਣਾਉਣਾ, ਅੱਖਰਾਂ ਨੂੰ ਜੋੜ ਕੇ ਪੜ੍ਹਨ ਦੀ ਯੋਗਤਾ, ਭਾਸ਼ਾ ਦੀ ਨੇਮਬੱਧ ਪ੍ਰਕਿਰਤੀ ਪਹਿਚਾਨਣਾ, ਭਾਸ਼ਾ ਦੇ ਵਿਆਕਰਣ ਉੱਤੇ ਅਧਿਕਾਰ ਪ੍ਰਾਪਤ ਕਰਨਾ। ਤੇ ਇਸ ਦੇ ਵਿੱਚ ਪ੍ਰਾਇਮਰੀ ਪੱਧਰ ਦੇ ਬੱਚੇ ਹੈ ਜੀ, ਪੱਧਰ ਨੂੰ ਧਿਆਨ ਦੇ ਵਿੱਚ ਰੱਖਣਾ ਹਮੇਸ਼ਾ, ਠੀਕ ਹੈ। ਜੇ ਹੁੰਦਾ ਉੱਚ ਪੱਧਰ ਦੇ ਉੱਪਰ ਫਿਰ ਆਪਸ਼ਨ ਹੋਰ ਹੋਣੀ ਸੀਗੀ। ਪ੍ਰਾਇਮਰੀ ਪੱਧਰ ਦੇ ਉੱਪਰ ਫਿਰ ਕੀ ਕਹਾਂਗੇ ਆਪਾਂ? ਘਰ ਅਤੇ ਸਕੂਲ ਦੀ ਭਾਸ਼ਾ ਵਿੱਚ ਆਪਸੀ ਸੰਬੰਧ ਬਣਾਉਣਾ ਜੀ, ਠੀਕ ਹੈ। ਤਾਂ ਮਾਤਰ ਭਾਸ਼ਾ ਅਤੇ ਦੂਸਰੀ ਭਾਸ਼ਾ ਦੇ ਵਿੱਚ ਜਿਵੇਂ ਵੀ ਨੇੜਤੇ ਦਾ ਸੰਬੰਧ ਬਣਾਇਆ ਜਾਵੇਗਾ ਤਾਂ ਬੱਚੇ ਨੂੰ ਭਾਸ਼ਾ ਦਾ ਜਿਹੜਾ ਹੈ ਸਿਖਾਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਬਣ ਜਾਵੇਗਾ ਜੀ, ਠੀਕ ਹੈ ਜੀ। ਤਾਂ ਉਮੀਦ ਹੈ ਕਿ ਜੋ ਕੁਐਸਚਨ ਆਪਾਂ ਡਿਸਕਸ ਕੀਤੇ ਹੈ ਜੀ, ਉਹਦੇ ਬਾਰੇ ਜੋ ਗੱਲਾਂ ਡਿਸਕਸ ਕੀਤੀਆਂ ਉਹ ਬਿਲਕੁਲ ਤੁਹਾਨੂੰ ਸਮਝ ਆਈਆਂ ਹੋਣੀਆਂ ਤੇ ਇਹ ਤੁਹਾਨੂੰ ਪੇਪਰ ਦੇ ਵਿੱਚ ਇਹ ਗੱਲਾਂ ਬਹੁਤ ਹੀ ਮਦਦਗਾਰ ਸਾਬਿਤ ਹੋਣਗੀਆਂ ਜੀ। ਤਾਂ ਮਿਲਾਂਗੇ ਜੀ ਫਿਰ ਆਪਾਂ ਅਗਲੇ ਵੀਡੀਓ ਦੇ ਵਿੱਚ ਕੁਝ ਹੋਰ ਪ੍ਰੀਵੀਅਸ ਪੇਪਰਸ ਦੇ MCQs ਦੇ ਨਾਲ।